अस्सलाम वालेकुम दोस्तों ते मित्रों, ਤੁਹਾਨੂੰ ਇੱਕ ਸਭ ਤੋਂ ਵੱਡੀ ਖਬਰ ਜਿਹੜੀ ਉਹਦੇ ਬਾਰੇ ਦੱਸ ਦਿਆਂ ਕਿ ਪੰਜਾਬ ਦੀ ਤਾਰੀਖ ਦਾ ਸਭ ਤੋਂ ਵੱਡਾ ਪੁਲਿਸ ਮੁਕਾਬਲਾ ਹੋ ਗਿਆ। ਤੀਫੀ ਬੱਟ ਜਿਹਨੂੰ ਉਹਦੇ ਮੁਖਾਲਫ ਪੰਜਾਬ ਦਾ ਬਲਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਡੌਨ ਕਹਿੰਦੇ ਸਨ, ਅੱਜ ਉਹਨੂੰ ਪੁਲਿਸ ਮੁਕਾਬਲੇ 'ਚ ਪਾਰ ਕਰ ਦਿੱਤਾ ਗਿਆ। ਪੁਲਿਸ ਮੁਕਾਬਲੇ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਤਫਸੀਲਾਤ ਮੁਕੰਮਲ ਦੱਸਾਂਗੇ, ਪੂਰੀ ਕਹਾਣੀ ਦੱਸਾਂਗੇ, ਕਿਸ ਤਰ੍ਹਾਂ ਕਿੱਥੋਂ ਲਿਜਾਇਆ ਗਿਆ, ਕਿਹੜੀ ਪੁਲਿਸ ਦੀ ਟੀਮ ਸ਼ਾਮਲ ਸੀ ਤੇ ਦੋ ਗੱਡੀਆਂ ਕਿਸ ਤਰ੍ਹਾਂ ਆਈਆਂ ਤੇ ਉਹ ਗੱਡੀਆਂ 'ਚ ਉਹਦੇ ਸਾਥੀ ਕਿੱਥੋਂ ਆਏ ਤੇ ਉਹ ਸਾਥੀਆਂ ਵਾਲੀ ਕਹਾਣੀ ਦਾ ਅਸਲ ਜਿਹੜਾ ਅੰਜਾਮ ਹੈ ਉਹ ਕੀ ਹੋਇਆ। ਅੱਜ ਅਸੀਂ ਤੁਹਾਨੂੰ ਤਫਸੀਲੀ ਰਿਪੋਰਟ ਦਿਆਂਗੇ ਕਿ ਤੀਫੀ ਬੱਟ ਨਾਲ ਹੋਇਆ ਕੀ ਹੈ। ਮੈਂ ਤੁਹਾਨੂੰ ਦੱਸਦਾ ਚਲਾ ਕਿ ਤੀਫੀ ਬੱਟ ਨੂੰ 9 ਅਕਤੂਬਰ ਵਾਲੇ ਦਿਨ ਦੁਬਈ ਤੋਂ ਪਾਕਿਸਤਾਨ ਲਿਆਇਆ ਗਿਆ ਤੇ ਇੱਕ ਦਿਨ ਦੇ ਵਿੱਚ ਹੀ ਫੈਸਲਾ ਕਰ ਲਿੱਤਾ ਗਿਆ ਕਿ ਹੁਣ ਇਹ ਜਿਹੜੀ ਦੁਸ਼ਮਣੀ ਹੈ ਇਹਦਾ ਖਾਤਮਾ ਕਰਨਾ ਪਏਗਾ। ਔਰ ਲੋਕ ਬਹੁਤ ਸਾਰੇ ਕਹਿ ਰਹੇ ਸਨ ਸਾਨੂੰ ਕਿ ਤੀਫੀ ਬੱਟ ਨੂੰ ਜਿਹੜਾ ਨਾ ਉਹ ਮਾਰਿਆ ਨਹੀਂ ਜਾਏਗਾ, ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਸਾਡੀ ਕਈ ਪੁਲਿਸ ਅਫਸਰਾਂ ਨਾਲ ਵੀ ਗੱਲ ਹੋਈ, ਉਹਨਾਂ ਨੇ ਵੀ ਕਿਹਾ ਕਿ ਤੀਫੀ ਬੱਟ ਦਾ ਪੁਲਿਸ ਮੁਕਾਬਲਾ ਨਹੀਂ ਕੀਤਾ ਜਾਏਗਾ ਤੇ ਇਹਨੂੰ ਦੂਸਰੇ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਅੰਜਾਮ ਤੱਕ ਪਹੁੰਚਾਇਆ ਜਾਏਗਾ। ਲੇਕਿਨ ਜਿਹੜੀ ਕਹਾਣੀ ਸਾਹਮਣੇ ਆਈ ਹੈ ਅਸੀਂ ਤੁਹਾਨੂੰ ਉਹ ਦੱਸਦੇ ਹਾਂ ਕਿ ਤੀਫੀ ਬੱਟ ਨੂੰ ਜਦੋਂ ਇੰਟਰਪੋਲ ਦੇ ਜ਼ਰੀਏ 18 ਮਹੀਨੇ ਬਾਅਦ ਬਲਾਜ ਦੇ ਕਤਲ ਦੇ ਦੁਬਈ ਤੋਂ ਪਾਕਿਸਤਾਨ ਲਿਆਇਆ ਗਿਆ ਤੇ ਪਾਕਿਸਤਾਨ ਲਿਆਉਣ ਦੇ ਵਿੱਚ ਵੀ ਕਈ ਰੁਕਾਵਟਾਂ ਸਾਹਮਣੇ ਆਈਆਂ, ਜਿਹਦੀ ਵਜ੍ਹਾ ਤੋਂ ਸੀਸੀਡੀ ਨੂੰ ਤੇ ਪੰਜਾਬ ਪੁਲਿਸ ਨੂੰ ਕੁਝ ਅਰਸੇ ਤੱਕ ਵਕਫਾ ਲੈਣਾ ਪਿਆ ਤੇ ਫਿਰ ਤਮਾਮ ਭਰਪੂਰ ਸਬੂਤਾਂ ਦੇ ਨਾਲ ਉਹ ਪੰਜਾਬ ਪੁਲਿਸ ਤੇ ਸੀਸੀਡੀ ਨੇ ਜਿਹੜਾ ਦੁਬਈ ਪੁਲਿਸ ਨਾਲ ਤੇ ਇੰਟਰਪੋਲ ਨਾਲ ਤੇ ਦੁਬਈ ਦੇ ਸਫਾਰਤਖਾਨੇ ਦੇ ਨਾਲ ਰਾਬਤਾ ਕੀਤਾ ਤੇ ਜਦੋਂ ਅਦਾਲਤ 'ਚ ਸਾਰੇ ਸ਼ਵਾਹਦ ਪੇਸ਼ ਕੀਤੇ ਗਏ ਤੇ ਅਦਾਲਤ ਨੇ ਇੰਟਰਪੋਲ ਦੇ ਜ਼ਰੀਏ ਤੀਫੀ ਬੱਟ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਪੰਜਾਬ ਪੁਲਿਸ ਤੀਫੀ ਬੱਟ ਨੂੰ ਪਹਿਲੇ ਲੈ ਕੇ ਕਰਾਚੀ ਪਹੁੰਚੀ ਤੇ ਕਰਾਚੀ ਤੋਂ ਕਰਾਚੀ ਪਹੁੰਚਣ ਵਾਸਤੇ ਬਾਈ 에ਅਰ ਸਫ਼ਰ ਕੀਤਾ ਗਿਆ, ਲੇਕਿਨ ਅੱਗੋਂ ਸਫ਼ਰ ਦਾ ਜਿਹੜਾ ਤਰੀਕਾਕਾਰ ਹੈ ਉਹ ਤਬਦੀਲ ਕਰ ਦਿੱਤਾ ਗਿਆ। ਕਰਾਚੀ ਤੋਂ ਲਾਹੌਰ ਦੀ ਫਲਾਈਟ ਨਹੀਂ ਲਿੱਤੀ ਗਈ ਬਲਕਿ ਬਾਈ ਰੋਡ ਲਿਜਾਣ ਦਾ ਫੈਸਲਾ ਕੀਤਾ ਗਿਆ। 11 ਅਕਤੂਬਰ ਦੀ ਸਵੇਰ ਸਵੇਰੇ 3:25 ਤੇ ਜਦੋਂ ਤੀਫੀ ਬੱਟ ਨੂੰ ਰਹੀਮ ਯਾਰ ਖਾਨ ਦੇ ਇਲਾਕੇ ਸੰਜਰਪੁਰ ਬਾਈਪਾਸ ਦਾਊਦ ਸ਼ਹੀਦ ਚੌਕ ਦੇ ਕੋਲ ਲਿਆਇਆ ਗਿਆ ਤੇ ਪੁਲਿਸ ਨੇ FIR ਨੰਬਰ 826/25 ਜਿਹੜੀ ਥਾਣਾ ਕੋਟ ਸਬਜ਼ਲ ਵਿੱਚ ਦਰਜ ਹੋਈ ਹੈ ਤੇ ਜਿਹਦੇ ਵਿੱਚ ਮੁਤੱਦਦ ਜਿਹੜੇ ਨੇ ਉਹ ਜੁਰਾਇਮ ਲਗਾਏ ਗਏ ਨੇ, ਜਿਨ੍ਹਾਂ ਦੇ ਵਿੱਚ ਦਫਾ 324, ਦਫਾ 353, ਦਫਾ 186, ਦਫਾ 149, ਦਫਾ 148 ਤੇ ਦਫਾ 440 ਤੇ ਦਫਾ 224 ਵੀ ਲਗਾਈ ਗਈ ਹੈ। ਇਹਨਾਂ ਸਾਰੀ ਦਫਾਤ ਦੇ ਤਹਿਤ ਇਹਦਾ ਬਣਦਾ ਹੈ ਮਜਮੂਆ ਕਿ ਇਹ ਇਕਦਾਮੇ ਕਤਲ ਹੀ ਸ਼ਾਮਲ ਸਨ। ਇਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਪੁਲਿਸ ਨੂੰ ਆਪਣਾ ਜਿਹੜਾ ਕੰਮ ਕਰਨ ਦੇ ਦਰਮਿਆਨ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਮੁਸੱਲਾ ਜਥੇ ਨੇ ਹਮਲਾ ਕੀਤਾ, ਮੁਸੱਲਾ ਜਥੇ ਨੇ ਪੁਲਿਸ ਦੀ ਕਸਟਡੀ ਚੋਂ ਮੁਲਜ਼ਮ ਨੂੰ ਛਡਾਉਣ ਜੋਗੇ ਹਮਲਾ ਕੀਤਾ ਤੇ ਮੁਲਜ਼ਮ ਛਡਾਉਣ ਵਾਸਤੇ ਪੁਲਿਸ ਦੇ ਉੱਤੇ ਫਾਇਰਿੰਗ ਵੀ ਕੀਤੀ। ਇਹ ਤਮਾਮ ਦਫਾਤ ਜਿਹੜੀਆਂ ਨੇ FIR ਲਾਈਆਂ ਗਈਆਂ। FIR ਦੇ ਮੁਤਾਬਕ ਅਸੀਂ ਤੁਹਾਨੂੰ ਦੱਸੀਏ ਕਿ ਇਹ ਤੀਫੀ ਬੱਟ ਨੂੰ ਜਿਹੜੀ ਟੀਮ ਲੈ ਕੇ ਆ ਰਹੀ ਸੀ ਲਾਹੌਰ, ਉਹਦੇ 'ਚ DSP ਹਸਨੈਨ ਹੈਦਰ ਮੌਜੂਦ ਸਨ। ਉਹਨਾਂ ਤੋਂ ਇਲਾਵਾ CCD ਦਾ ਇੰਸਪੈਕਟਰ ਅਬਦੁਲ ਹਾਦੀ ਮੌਜੂਦ ਸੀ ਤੇ ਨਾਲ ਕਾਂਸਟੇਬਲ ਸਗੀਰ ਅਲੀ ਸੀ ਤੇ ਇਹਨਾਂ ਦਾ ਜਿਹੜਾ ਡਰਾਈਵਰ ਸੀ ਨੂਰ ਅਲੀ, ਉਹਦੇ ਬਾਰੇ ਦੱਸਿਆ ਗਿਆ ਕਿ ਜਦੋਂ ਨੂਰ ਅਲੀ ਇਸ ਚੌਕ 'ਤੇ ਪਹੁੰਚਾ, ਜਿਹਦਾ ਮੈਂ ਤੁਹਾਨੂੰ ਦੱਸ ਦਿਆਂ ਸੰਜਰਵਾਲ ਬਾਈਪਾਸ ਦਾਊਦ ਸ਼ਹੀਦ ਚੌਕ ਹੈ, ਜਦੋਂ ਇੱਥੇ ਪਹੁੰਚੇ ਤੇ ਇੱਕਦਮ ਹੀ CCD ਦੇ ਬਿਆਨ ਦੇ ਮੁਤਾਬਕ ਉਹਨਾਂ ਦੀ FIR ਦੇ ਮਤਨ ਦੇ ਮੁਤਾਬਕ ਦੋ ਗੱਡੀਆਂ ਆਈਆਂ, ਇੱਕ ਕਾਲੇ ਰੰਗ ਦੀ ਕਰੋਲਾ ਤੇ ਇੱਕ ਸਫੇਦ ਰੰਗ ਦੀ ਕਰੋਲਾ। ਦੋਵਾਂ ਗੱਡੀਆਂ ਨੇ ਪੁਲਿਸ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰਤਾ। ਇਸ ਦੌਰਾਨ ਉਹਨਾਂ ਨੇ ਫਾਇਰਿੰਗ ਵੀ ਕਰ ਦਿੱਤੀ। ਫਾਇਰਿੰਗ ਦੇ ਨਾਲ ਜਿਹੜਾ ਤੀਫੀ ਬੱਟ ਦੀ ਗੱਡੀ ਦਾ ਡਰਾਈਵਰ ਪੁਲਿਸ ਵਾਲਾ ਸੀ ਨੂਰ ਅਲੀ, ਉਹਦੇ ਦਾएं ਬਾਜ਼ੂ ਤੇ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ। ਅੱਛਾ, FIR ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਦੌਰਾਨ DSP ਹਸਨੈਨ ਹੈਦਰ ਜ਼ਮੀਨ ਤੇ ਲੇਟ ਗਏ ਤੇ ਉਹਨਾਂ ਨੇ ਬੜੀ ਮੁਸ਼ਕਿਲ ਆਪਣੀ ਜਾਨ ਬਚਾਈ ਤੇ ਜਿਹੜੇ ਮੁਲਜ਼ਮ ਨੇ ਉਹ ਤੀਫੀ ਬੱਟ ਨੂੰ ਆਪਣੀ ਗੱਡੀ ਬਿਠਾ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਵੈਸੇ ਸਾਨੂੰ ਲੱਗਦਾ ਨਹੀਂ ਕਿ ਹਸਨੈਨ ਹੈਦਰ, ਉਹਨਾਂ ਨੂੰ ਤੇ ਅਸੀਂ ਜਾਣਦੇ ਹਾਂ, ਉਹ ਤੇ ਬੜੇ ਜੀਦਾਰ ਪੁਲਿਸ ਅਫਸਰ ਨੇ। ਉਹ ਮੁਖਾਲਫਾਂ ਨੂੰ ਦੇਖ ਕੇ ਜ਼ਮੀਨ ਤੇ ਲੇਟਣ ਵਾਲੇ ਬੰਦੇ ਤੇ ਨਹੀਂ ਹੈ, ਉਹ ਤੇ ਪੂਰਾ ਅੱਖਾਂ ਚੱਖਾਂ ਪਾ ਕੇ ਮੁਕਾਬਲਾ ਕਰਨ ਵਾਲਾ ਬੰਦਾ ਹੈ। ਲੇਕਿਨ ਕਿਉਂਕਿ FIR 'ਚ ਲਿਖਿਆ ਹੈ ਕਿ ਉਹ ਜ਼ਮੀਨ ਤੇ ਲੇਟ ਗਏ ਤੇ ਮੁਲਜ਼ਮ ਜਿਹੜੇ ਨੇ ਉਹ 7 ਤੋਂ 8 ਨਾਲ ਇਤਦਾ ਸੀ, ਉਹ ਜੀ ਤੀਫੀ ਬੱਟ ਨੂੰ ਲੈ ਕੇ ਤੇ ਉੱਥੋਂ ਨੱਠ ਗਏ, ਫਰਾਰ ਹੋ ਗਏ। ਅੱਛਾ, ਉਸ ਤੋਂ ਬਾਅਦ ਉਹਨਾਂ ਮੁਲਜ਼ਮਾਂ ਦਾ ਮੁਕਾਬਲਾ ਕੀਤਾ ਗਿਆ ਤੇ ਫਿਰ ਜਦੋਂ ਪੁਲਿਸ ਮੁਕਾਬਲੇ ਦੇ ਕ੍ਰਾਸ ਫਾਇਰਿੰਗ ਹੋਈ ਤੇ ਕ੍ਰਾਸ ਫਾਇਰਿੰਗ ਤੋਂ ਬਾਅਦ ਪਤਾ ਚੱਲਿਆ ਕਿ ਤੀਫੀ ਬੱਟ ਜਿਹੜਾ ਉਹ ਗੋਲੀਆਂ ਦਾ ਨਿਸ਼ਾਨਾ ਬਣ ਕੇ ਹਲਾਕ ਹੋ ਗਿਆ ਤੇ ਉਹਦੇ ਮੁਲਜ਼ਮ ਜਿਹੜੇ ਨੇ DSP ਹਸਨੈਨ ਹੈਦਰ ਦੀ
ਜਿਹੜੀ ਹੈ ਪਕੜ ਉਹਦੇ ਤੋਂ ਬਚ ਕੇ ਫਰਾਰ ਹੋਣੀ ਕਾਮਯਾਬ ਹੋ ਗਏ। ਲੇਕਿਨ ਕਿਉਂਕਿ ਪੁਲਿਸ ਨੂੰ ਪਤਾ ਲੱਗਾ ਕਿ ਟੀਫੀ ਭੱਟ ਤੇ ਕਤਲ ਹੋ ਗਿਆ ਤੇ ਉਹਨਾਂ ਨੇ ਕੀ ਕੀਤਾ ਕਿ ਟੀਫੀ ਭੱਟ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿੱਤਾ। ਮੁਲਜ਼ਮਾਂ ਦੇ ਬਾਰੇ ਕਿਹਾ ਗਿਆ ਕਿ ਮੁਲਜ਼ਮ ਜਿਹੜੇ ਨੇ ਟੀਫੀ ਭੱਟ ਨੂੰ ਲੈ ਕੇ ਸੜਕ ਜਿਹੜੀ ਰੋਂਦਾ ਚੱਕ NP 32 ਹੈ ਉਹਦੀ ਤਰਫ ਫਰਾਰ ਹੋਏ ਸੀ ਤੇ ਫਿਰ ਪੁਲਿਸ ਨੇ ਮੁਕਾਬਲਾ ਉਹਦਾ ਪਿੱਛਾ ਕੀਤਾ ਤੇ ਫਿਰ ਉਹਦੀ ਹਲਾਕਤ ਹੋਈ ਤੇ ਪੁਲਿਸ ਉਹਨੂੰ ਫੜ ਕੇ ਉਹਦੀ ਲਾਸ਼ ਨੂੰ ਵਾਪਸ ਲੈ ਆਈ। ਲੇਕਿਨ ਜਿਹੜੇ ਮੁਲਜ਼ਮ ਮਾਰਨ ਆਏ ਸਨ ਜਾਂ ਛਡਾਣ ਆਏ ਸਨ ਉਹਨਾਂ ਦਾ ਕੁਝ ਨਹੀਂ ਪਤਾ ਚੱਲਿਆ ਕਿ ਉਹ ਕਿੱਧਰ ਗਏ ਨੇ, ਉਹ ਤੇ ਗਾਇਬ ਹੋ ਗਏ। ਕਿ ਜਿਹੜੀ ਗੱਡੀ ਦੇ ਉੱਤੇ ਟੀਫੀ ਭੱਟ ਨੂੰ ਲਿਜਾਇਆ ਜਾ ਰਿਹਾ ਸੀ ਉਹ ਗੱਡੀ ਦਾ ਨੰਬਰ GBC 236 ਹੈ ਤੇ ਉਹ ਉਹਦੇ ਲਿਜਾਇਆ ਜਾ ਰਿਹਾ ਸੀ ਤੇ ਰਹੀਮ ਯਾਰ ਖਾਨ ਦੇ ਕੋਲ ਜਦੋਂ ਵਾਕਿਆ ਪੇਸ਼ ਆਇਆ ਤੇ ਪੂਰੇ ਪੰਜਾਬ ਦੀ ਪੁਲਿਸ ਨੂੰ ਆਗਾਹ ਕਰ ਦਿੱਤਾ ਗਿਆ। ਮਕਾਮੀ ਪੁਲਿਸ ਜਿਹੜੀ ਰਹੀਮ ਯਾਰ ਖਾਨ ਹੈ ਉਹ ਵੀ ਪਹੁੰਚ ਗਈ ਤੇ ਫਿਰ ਉਸ ਤੋਂ ਬਾਅਦ ਜਿਹੜੀ ਲਾਸ਼ ਹੈ ਮਕਾਮੀ ਜਿਹੜਾ ਡਿਸਟ੍ਰਿਕਟ ਹਸਪੀਟਲ ਹੈ ਉੱਥੇ ਪਹੁੰਚਾ ਦਿੱਤੀ ਗਈ। ਹੁਣ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਇਹ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਪੁਲਿਸ ਮੁਕਾਬਲਾ ਹੋਇਆ ਹੈ ਤੇ ਇਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਟੀਫੀ ਭੱਟ ਤੇ ਉਹਦੇ 7-8 ਸਾਥੀਆਂ ਦੇ ਨਾਲ ਮੁਕਾਬਲਾ ਹੋਇਆ ਹੈ। ਲੇਕਿਨ ਉਹ ਜਿਹੜੇ 7-8 ਸਾਥੀ ਸਨ ਉਹਨਾਂ ਦਾ ਕੁਝ ਪਤਾ ਨਹੀਂ ਚੱਲਿਆ ਕਿ ਕੌਣ ਸਨ, ਕਿਉਂਕਿ ਉਹਨਾਂ ਦੇ ਨਾਮ ਵੀ ਜਿਹੜੇ ਨਾਮਾਲੂਮ ਰੱਖੇ ਗਏ ਨੇ। ਅੱਛਾ, ਇਸ ਪੁਲਿਸ ਮੁਕਾਬਲੇ ਦੀ ਇੱਕ ਹੋਰ ਅਹਿਮ ਗੱਲ ਵੀ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਦੋਂ ਟੀਫੀ ਭੱਟ ਨੂੰ ਪਾਕਿਸਤਾਨ ਲਿਆਇਆ ਗਿਆ ਤੇ ਉਹਨੂੰ ਜਿਹੜੇ ਟਰੈਕ ਸੂਟ ਦੇ ਵਿੱਚ ਉਹਨੂੰ ਲਿਆਇਆ ਗਿਆ ਉਹ ਟਰੈਕ ਸੂਟ ਦੇ ਵਿੱਚ ਉਹਦੀ ਇੱਕ ਤਸਵੀਰ ਜਾਰੀ ਕੀਤੀ ਗਈ। ਉਸ ਤੋਂ ਬਾਅਦ ਜਦੋਂ ਪੁਲਿਸ ਮੁਕਾਬਲਾ ਹੋਇਆ ਤੇ ਉਸੇ ਟਰੈਕ ਸੂਟ ਦੇ ਵਿੱਚ ਉਹਨਾਂ ਦੀ ਹਲਾਕ ਹੋਣ ਤੋਂ ਬਾਅਦ ਦੀ ਤਸਵੀਰ ਸਾਹਮਣੇ ਲਿਆਈ ਗਈ। ਇਹ ਸਾਰੀ ਚੀਜ਼ ਜਿਹੜੀ ਦੱਸਦੀ ਹੈ ਕਿ ਇਹ ਪਹਿਲੇ ਤੋਂ ਸਾਬਤ ਕੀਤਾ ਗਿਆ ਕਿ ਦੇਖੋ ਟੀਫੀ ਭੱਟ ਨੂੰ ਲਿਆਇਆ ਗਿਆ ਤੇ ਇਹ ਉਹਨੇ ਸੂਟ ਪਹਿਨਿਆ ਹੋਇਆ ਹੈ ਤੇ ਜਦੋਂ ਹਲਾਕਤ ਹੋਈ ਹੈ ਤੇ ਉਸੇ ਸੂਟ ਦੇ ਵਿੱਚ ਜਿਹੜਾ ਉਹੀ ਟਰੈਕ ਸੂਟ ਹੈ ਉਹਦੇ 'ਚ ਉਹਦੀ ਹਲਾਕਤ ਹੋਈ ਹੈ, ਜਿਹਦੇ ਨਾਲ ਇਹ ਦੱਸਣਾ ਲੱਗਦਾ ਸਾਨੂੰ ਕਿ ਇਹ ਸਾਬਤ ਕੀਤਾ ਗਿਆ ਕਿ ਦੇਖ ਲਓ ਇਹ ਅਸਲ ਟੀਫੀ ਭੱਟ ਹੈ, ਇਹ ਕੋਈ ਉਹਦੀ ਡਮੀ ਨਹੀਂ ਹੈਗੀ। ਕਿ ਬਾਅਦ ਲੋਕ ਇਹ ਨਾ ਬਾਅਦ ਚੋਂ ਕਹਿਣਾ ਸ਼ੁਰੂ ਕਰ ਦੇਣ ਕਿ ਜੀ ਤੇ ਉਹਦੇ ਪਹਿਲੇ ਉਹਦੀ ਗ੍ਰਿਫਤਾਰੀ ਤੇ ਦਿਖਾਈ ਨਹੀਂ ਗਈ, ਲਿਹਾਜ਼ਾ ਉਹਦੀ ਗ੍ਰਿਫਤਾਰੀ ਦੇ ਬਾਅਦ ਦੀ ਤਸਵੀਰ ਦਿਖਾਈ ਗਈ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਹੈ ਹਲਾਕ ਹੋਣ ਦੀ ਤਸਵੀਰ ਉਹ ਵੀ ਦਿਖਾਈ ਗਈ। ਇਸ ਵਾਕਿਆ ਦਾ ਸਭ ਤੋਂ ਅਹਿਮ ਪਹਿਲੂ ਇਹ ਹੈਗਾ ਕਿ ਜਿੰਨੀ ਵੀ ਪੰਜਾਬ ਪੁਲਿਸ ਦੇ ਅਹਿਮ ਅਫਸਰਾਨ ਸਨ ਉਹ ਇਸ ਚੀਜ਼ ਤੇ ਯਕੀਨ ਨਹੀਂ ਕਰ ਰਹੇ ਸਨ ਕਿ ਜੀ ਟੀਫੀ ਭੱਟ ਨੂੰ ਵੀ ਪਾਕਿਸਤਾਨ ਲਿਆ ਕੇ ਤੇ ਫੌਰੀ ਤੌਰ ਤੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਕੀਤਾ ਜਾਏਗਾ ਜਾਂ ਮੁਬੈਨਾ ਤੌਰ ਤੇ ਪੁਲਿਸ ਮੁਕਾਬਲਾ ਹੋ ਜਾਏਗਾ, ਕਿਉਂਕਿ ਸਾਥੀ ਤੇ ਕਿਸੇ ਵੀ ਜਗ੍ਹਾ ਤੇ ਆ ਸਕਦੇ ਨੇ, ਕਿਸੇ ਵੀ ਵੇਲੇ ਆ ਸਕਦੇ ਨੇ ਤੇ ਮੌਤ ਵੀ ਕਿਸੇ ਵੀ ਵੇਲੇ ਆ ਸਕਦੀ ਹੈ। ਲਿਹਾਜ਼ਾ CCD ਦੇ ਜਿਹੜੇ ਅਫਸਰਾਨ ਨੇ ਉਹਨਾਂ ਨੇ ਜਿਹੜਾ ਪੁਲਿਸ ਮੁਕਾਬਲਾ ਕੀਤਾ ਉਹਦੇ ਵਿੱਚ ਸਾਬਤ ਹੋ ਗਿਆ ਕਿ ਹੁਣ ਪੰਜਾਬ ਪੁਲਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਤੋਂ ਵੱਡਾ ਕੋਈ ਡੌਨ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਮੁਲਜ਼ਮ ਨਹੀਂ ਤੇ ਕਾਨੂੰਨ ਤੋਂ ਵੱਡਾ ਕੋਈ ਮੁਜਰਮ ਵੀ ਨਹੀਂ। ਤੇ ਹੁਣ ਜਿਹੜੇ ਬਕਾਇਆ ਪੰਜਾਬ ਵਿੱਚ ਮੁਜਰਮ ਤੇ ਮੁਲਜ਼ਮ ਮੌਜੂਦ ਨੇ ਤੇ ਜਿਹੜੇ ਇਸ਼ਤਿਹਾਰੀ ਮੌਜੂਦ ਨੇ ਹੁਣ ਉਹ ਪੂਰੀ ਤਰ੍ਹਾਂ ਜਿਹੜਾ ਨਾ ਤੋਬਾ ਤਾਇਬ ਹੋ ਗਏ ਨੇ ਤੇ ਜੇਲ੍ਹਾਂ 'ਚੋਂ ਵੀ ਤੋਬਾ ਕਰਨ ਦੀਆਂ ਤਸਵੀਰਾਂ ਤੁਹਾਨੂੰ ਮਿਲਣਗੀਆਂ ਤੇ ਥਾਣਿਆਂ 'ਚ ਵੀ ਤੁਹਾਨੂੰ ਨਜ਼ਰ ਆਏਗਾ ਕਿ ਜਿਹੜੇ ਬੜੇ 3-3 4-4 ਕਤਲ ਦੇ ਇਸ਼ਤਿਹਾਰੀ ਮੁਜਰਮ ਸਨ ਉਹ ਵੀ ਆਪਣੇ ਆਪ ਨੂੰ ਪੇਸ਼ ਕਰ ਦੇਣਗੇ ਤੇ ਜਾਂ ਉਹ ਅਦਾਲਤਾਂ ਦੇ ਵਿੱਚ ਪੇਸ਼ ਹੋ ਕੇ ਆਪਣੀ ਗ੍ਰਿਫਤਾਰੀ ਦੇ ਦੇਣਗੇ, ਕਿਉਂਕਿ ਹੁਣ ਸਭ ਨੂੰ ਸਾਬਤ ਹੋ ਗਿਆ ਹੈ ਕਿ ਮੁਜਰਮ ਜਿੱਡਾ ਮਰਜ਼ੀ ਵੱਡਾ ਹੋਵੇ ਲੇਕਿਨ ਕਾਨੂੰਨ ਤੋਂ ਵੱਡਾ ਨਹੀਂ ਹੋ ਸਕਦਾ। ਤੇ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਹੁੰਦਾ ਜੇ ਖਤਮ ਤੇ ਆਪਣੇ ਮੇਜ਼ਬਾਨ ਇਜਾਜ਼ਤ ਭੱਟ ਨੂੰ ਦਿਓ ਇਜਾਜ਼ਤ। ਰੱਬ ਰਾਖਾ।